ਲੈਹੋ ਦਇਆਲ। ਤਹ ਪਏ ਦੁਆਰਿਆ ਰਖ ਲੇਵਹੁ ਦੀਨ ਦਇਆਲ। ਭਰਮਤ ਬਹੁ ਹਾਰਿਆ ਭਗਤ ਵਸ਼ਲ ਤੇਰਾ ਬਿਰਦ। ਹਰ ਪਤਤ ਉਧਾਰਿਆ ਤੁਝ ਬਿਨ ਨਾਹੀ ਕੋਇ। ਬਿਨੋ ਮੋਹਿ ਸਾਰਿਆ ਕਰ ਗਹਿ ਲਿਹੋ ਦਇਆਲ। ਸਾਗਰ ਸੰਸਾਰਿਆ ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ। ਬਰਨਸ ਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰਹਿ ਸਾਸਤਰ ਖਟ। ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ। ਜੋ ਕਾਲ ਕਿਰਪਾ ਕਰਾਏ। ਜਾ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋ ਕਰ ਅਨੁਰਾਗ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਤਸ਼ਾਹੀ ਦਸਵੇਂ ਸਵੈ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸਧਾਨ ਕੇ। ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸਿਧਾਦਕ। ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹਿਓ ਮਤ। ਕੋ ਨਾ ਦੇਖਿਅਤ ਪ੍ਰਾਨਪਤੀ ਕੇ। ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ। ਏਕ ਰਤੀ ਬਿਨ ਏਕ ਰਤੀ ਕੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਪਾਤਸ਼ਾਹੀ ਦਸਵੇਂ ਸਵੈ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸੁਧਾਨ ਕੇ। ਦੇਖ ਫਿਰਿਓ ਘਰ ਜੋਗ ਜਤੀ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ। ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਰਸ਼ਨ ਦੇ ਰਹੇ ਨੇ। ਨਿਤਨੇਮ ਹੋਇਆ ਹੈ। ਆਸਾ ਦੀ ਵਾਰ ਦਾ ਕੀਰਤਨ ਰਾਗੀ ਸਿੰਘਾਂ ਨੇ ਬੜੇ ਪ੍ਰੇਮ ਨਾਲ ਕੀਤਾ ਹੈ। ਸੋ ਆਓ ਹੁਣ ਸਤਿਗੁਰਾਂ ਦੀ ਕਿਰਪਾ ਨਾਲ ਜੋ ਕਥਾ ਵਿਚਾਰ ਲੜੀਵਾਰ ਚੱਲਦੀ ਹੈ, ਉਹ ਆਪਾਂ ਸਤਿਗੁਰਾਂ ਦੀ ਕਿਰਪਾ ਨਾਲ ਸਰਵਣ ਕਰਨਾ ਕਰੀਏ। ਇਹ ਜੋ ਅੱਜ ਨਿਤਨੇਮ ਦੀ ਤੀਜੇ ਨੰਬਰ 'ਤੇ ਜੋ ਸਵਈਆਂ ਦੀ ਬਾਣੀ ਹੈ, ਸਤਿਗੁਰੂ ਜੀ ਕਿਰਪਾ ਕਰਕੇ ਇਸ ਦੀ ਕਥਾ ਕਰਾਉਣਗੇ। ਜਦੋਂ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਹੈ, ਤਾਂ ਉੱਥੇ ਵੀ ਸਭ ਤੋਂ ਪਹਿਲਾਂ ਜਪਜੀ ਸਾਹਿਬ, ਫਿਰ ਦੂਜੇ ਨੰਬਰ 'ਤੇ ਜਾਪ ਸਾਹਿਬ, ਤੀਜੇ ਨੰਬਰ 'ਤੇ ਸਵਈਏ ਜੋ ਵਿਰਾਗਮਈ ਜਿਹਨੂੰ ਆਪਾਂ
ਸੁਦਾ ਸਵਈਏ ਵੀ ਕਹਿੰਦੇ ਹਾਏ ਪੜ੍ਹਨਾ ਕੀਤੇ ਨੇ। ਸੋ ਇਹਨਾਂ ਸਵਈਆਂ ਵਿੱਚ ਸਤਿਗੁਰਾਂ ਨੇ ਪਖੰਡ ਦਾ ਖੰਡਨ ਕੀਤਾ ਹੈ ਤੇ ਵਿਰਾਗ ਬਾਰੇ ਦੱਸਿਆ ਹੈ। ਜੋ ਇਸ ਦੀ ਉਥਾਨਕਾ ਹੈ, ਜੋ ਅਸਾਮ ਦਾ ਰਾਜਾ ਹੋਇਆ ਹੈ, ਰਾਜਾ ਰਾਮ, ਜਦੋਂ 10ਵੇਂ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਵਿਖੇ ਅਵਤਾਰ ਧਾਰਨਾ ਸੀ ਨਾ, ਉਸ ਸਮੇਂ 9ਵੇਂ ਪਾਤਸ਼ਾਹ ਜੀ ਅਸਾਮ ਦੇ ਰਾਜੇ ਦੀ ਸਹਾਇਤਾ ਕਰਨ ਵਾਸਤੇ ਗਏ ਸੀ। ਉੱਥੇ ਰਾਜਾ ਰਾਮ ਨੇ ਬੇਨਤੀ ਕੀਤੀ ਸੀ ਪੁੱਤਰ ਬਾਰੇ ਕਿ ਮੇਰੇ ਘਰ ਕੋਈ ਪੁੱਤਰ ਨਹੀਂ ਹੈ। 9ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਤਾਂ ਸੱਚੇ ਪਾਤਸ਼ਾਹ ਨੇ ਉਸ ਦੀ ਬੇਨਤੀ ਪ੍ਰਵਾਨ ਕਰਕੇ ਜੋ ਮਹਾਰਾਜ ਕੋਲ ਮੋਹਰ ਸੀ ਨਾ, ਉਹ ਮੋਹਰ ਸਤਿਗੁਰਾਂ ਨੇ ਉਸ ਰਾਜੇ ਦੇ ਪੱਟ 'ਤੇ ਲਾਈ ਅਤੇ ਉਸ ਨੂੰ ਬਚਨ ਕੀਤਾ ਕਿ ਇਹ ਮੋਹਰ ਦਾ ਨਿਸ਼ਾਨ ਤੇਰੇ ਪੁੱਤਰ ਦੇ ਮੱਥੇ 'ਤੇ ਹੋਵੇਗਾ। ਜਦੋਂ ਉਸਦੇ ਪੁੱਤਰ ਨੇ ਜਨਮ ਲਿਆ, ਵੱਡਾ ਹੋਇਆ, ਉਦੋਂ ਤੱਕ ਤਾਂ ਰਾਜਾ ਰਾਮ ਚੜ੍ਹਾਈ ਕਰ ਚੁੱਕਾ ਸੀ ਅਤੇ ਉਹ ਆਪਣੀ ਮਾਂ ਨੂੰ ਪੁੱਛਿਆ ਕਰੇ ਕਿ ਮੇਰੇ ਮੱਥੇ 'ਤੇ ਇਹ ਨਿਸ਼ਾਨ ਕਿਉਂ ਹੈ, ਇਹ ਕਾਹਦਾ ਨਿਸ਼ਾਨ ਹੈ। ਤਾਂ ਰਤਨ ਰਾਏ ਜੋ ਰਾਜਾ ਰਾਮ ਦਾ ਪੁੱਤਰ ਹੋਇਆ, ਤਾਂ ਉਸਦੀ ਮਾਂ ਨੇ ਦੱਸਿਆ ਕਿ ਇਸ ਤਰ੍ਹਾਂ ਤੇਰੇ ਪਿਤਾ ਨੇ 9ਵੇਂ ਪਾਤਸ਼ਾਹ ਅੱਗੇ ਬੇਨਤੀ ਕੀਤੀ ਸੀ ਕਿ ਤੇਰਾ ਜਨਮ ਹੋਵੇ, ਅਤੇ ਉਹਨਾਂ ਨੇ ਤੇਰੇ ਪਿਤਾ ਦੇ ਪੱਟ ਦੇ ਮੋਹਰ ਦਾ ਨਿਸ਼ਾਨ ਲਾਇਆ ਸੀ ਜੋ ਤੇਰੇ ਮੱਥੇ 'ਤੇ ਹੈ। ਫਿਰ ਰਤਨ ਰਾਏ ਦੇ ਮਨ ਵਿੱਚ ਬੜੀ ਇੱਛਾ ਹੋਈ ਕਿ ਮਹਾਰਾਜ ਦੇ ਦਰਸ਼ਨ ਕਰੀਏ, ਤਾਂ ਮਾਤਾ ਨੂੰ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਜੀ ਦੇ ਮੈਂ ਦਰਸ਼ਨ ਕਰਨੇ ਨੇ। ਉਸਦੀ ਮਾਤਾ ਕਹਿਣ ਲੱਗੀ ਕਿ 9ਵੇਂ ਪਾਤਸ਼ਾਹ ਤਾਂ ਹੁਣ ਕੁਰਬਾਨੀ ਦੇ ਚੁੱਕੇ ਨੇ, ਸਰੀਰ ਛੱਡ ਚੁੱਕੇ ਨੇ, ਉਹਨਾਂ ਦੀ ਜਗ੍ਹਾ ਉਹਨਾਂ ਦਾ ਸਪੁੱਤਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੱਦੀ 'ਤੇ ਵਿਰਾਜਮਾਨ ਨੇ, ਤੁਸੀਂ ਉਹਨਾਂ ਦੇ ਦਰਸ਼ਨ ਕਰੋ ਜਾ ਕੇ। ਤਾਂ ਫਿਰ ਰਤਨ ਰਾਏ ਬੜੀ ਭੇਟਾਵਾਂ ਲੈ ਕੇ ਪ੍ਰਸਾਦੀ ਹਾਥੀ ਚਿੱਟਾ ਕਟੋਰਾ, 5 ਕਲਾ ਸ਼ਾਸਤਰ ਆਦਿ ਲੈ ਕੇ ਮਹਾਰਾਜ ਦੇ ਦਰਸ਼ਨਾਂ ਵਾਸਤੇ ਗਿਆ ਅਨੰਦਪੁਰ ਸਾਹਿਬ। ਦਰਸ਼ਨ ਕਰਕੇ ਬੜਾ ਖੁਸ਼ ਹੋਇਆ। ਉਸ ਸਮੇਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਨੇ ਰਤਨ ਰਾਏ ਨੂੰ ਉਪਦੇਸ਼ ਦੇਣ ਵਾਸਤੇ ਇਹ ਵਿਰਾਗਮਈ ਸਵਈਏ ਉਚਾਰਨ ਕਰਨਾ ਕੀਤੇ ਨੇ, ਕਿਉਂਕਿ ਜੋ ਅਕਾਲ ਉਸਤਤ ਦੀ ਬਾਣੀ ਹੈ, ਇਹ ਜੋ ਨਾਹਨ ਦਾ ਰਾਜਾ ਹੋਇਆ ਹੈ ਨਾ, ਕਿਉਂਕਿ ਅਕਾਲ ਜੋ 10ਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਹ ਸਾਰੀ ਸਤਿਗੁਰਾਂ ਨੇ ਪਟਨਾ ਸਾਹਿਬ ਵਿਖੇ, ਪਾਉਂਟਾ ਸਾਹਿਬ ਵਿਖੇ ਰਚਨਾ ਕੀਤੀ ਹੈ। ਅਤੇ ਨਾਨ ਦੇ ਰਾਜੇ ਨੂੰ ਉਪਦੇਸ਼ ਦੇਣ ਵਾਸਤੇ ਅਕਾਲ ਉਸਤਤ ਦੀ ਬਾਣੀ ਉਦੋਂ ਰਚੀ ਸੀ। ਇਹ ਅਕਾਲ ਉਸਤਤ ਦੀ ਬਾਣੀ ਵਿੱਚ ਇਹ ਸਵਈਆਂ ਦੀ ਬਾਣੀ ਆਉਂਦੀ ਹੈ, ਜਿਨ੍ਹਾਂ ਦੀ ਅੱਜ ਕਥਾ ਆਰੰਭ ਹੋ ਜਾ ਰਹੀ ਹੈ। ਜੋ ਸਭ ਤੋਂ ਪਹਿਲੇ ਮੰਗਲ ਲਿਖਿਆ ਹੈ, ਅਕਾਲ ਉਸਤਤ ਵਿੱਚ ਇਹ ਪਹਿਲਾ ਮੰਗਲ ਆਉਂਦਾ ਹੈ, ਅਤੇ ਜਦੋਂ ਇਹ ਬਾਣੀ ਸ਼ੁਰੂ ਹੁੰਦੀ ਹੈ ਉਦੋਂ ਸਿੱਧਾ ਹੀ ਤਵ ਪ੍ਰਸਾਦ ਸਵਈਏ ਤੋਂ ਸ਼ੁਰੂ ਹੁੰਦੀ ਹੈ। ਜਦੋਂ ਨਿਤਨੇ ਵਿੱਚ ਇਹ ਬਾਣੀ ਸ਼ਾਮਿਲ ਕਰਨਾ ਕੀਤੀ ਸੱਚੇ ਪਾਤਸ਼ਾਹ ਜੀਆਂ ਨੇ, ਉਦੋਂ ਮੂਹਰੇ ਮੰਗਲ ਕਰਨਾ ਕੀਤਾ ਹੈ। ਅਤੇ ਇਸ ਬਾਣੀ ਦੀ ਪ੍ਰਥਾਏ ਜੋ ਦੂਜੀ ਉਥਾਨਕਾ ਹੈ, ਜੋ ਪਹਾੜੀ ਰਾਜਾ ਭੀਮ ਚੰਦ ਹੋਇਆ ਹੈ, ਉਹ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਅਨੰਦਪੁਰ ਸਾਹਿਬ ਹੋਰ ਪਹਾੜੀ ਰਾਜਿਆਂ ਸਮੇਤ ਆਇਆ।
ਸਤਿਗੁਰਾਂ ਨੇ ਇਹ ਬਚਨ ਕਰਨਾ ਕੀਤਾ ਉਸ ਨੂੰ ਕਿ ਭੀਮ ਚੰਦਾ ਤੂੰ ਤਿਲਕ ਜਨੇਊਏ ਧੋਤੀ ਛੱਡ ਕੇ ਸ਼ਸਤਰਧਾਰੀ ਸਿੰਘ ਸੱਜ ਜਾ। ਤਾਂ ਇਸ ਨੇ ਜਵਾਬ ਦੇ ਦਿੱਤਾ। ਉਹ ਜਵਾਬ ਕਿਉਂ ਦਿੱਤਾ ਕਿ ਜੇ ਮੈਂ ਸਿੰਘ ਸੱਜ ਗਿਆ, ਇਹ ਤਿਲਕ ਜਨੇਊ ਧੋਤੀ ਛੱਡ ਕੇ ਅੰਮ੍ਰਿਤ ਛਕ ਲਿਆ, ਤਾਂ ਹੋਰ ਜਿਹੜੇ ਪਹਾੜੀ ਰਾਜੇ ਨੇ ਮੇਰੇ ਨਾਲ ਵਰਤਾਵਾ ਛੱਡ ਦੇਣਗੇ, ਮੇਰੇ ਨਾਲ ਵਰਤਣਾ ਛੱਡ ਦੇਣਗੇ। ਤਾਂ ਉਸ ਸਮੇਂ ਸਤਿਗੁਰਾਂ ਨੇ ਸਮਝਾਉਣਾ ਕੀਤਾ ਸੀ ਪਹਾੜੀ ਰਾਜੇ ਭੀਮ ਚੰਦ ਨੂੰ ਕਿ ਤੂੰ ਕਿਉਂ ਇੰਨਾ ਮਾਣ ਹੰਕਾਰ ਕਰਦਾ ਹੈ। ਇੱਥੇ ਤਾਂ ਵੱਡੇ ਵੱਡੇ ਰਾਜੇ ਲੱਦ ਗਏ, ਵੱਡੇ ਵੱਡੇ ਚਲੇ ਗਏ ਦੁਨੀਆ ਤੋਂ, ਤੂੰ ਕਿਉਂ ਮਾਣ ਕਰਦਾ ਹੈ। ਇਸੇ ਤਰ੍ਹਾਂ ਜੋ ਤੀਜੀ ਉਥਾਨਕਾ ਹੈ, ਜਦੋਂ ਰਤਨ ਰਾਏ ਆਇਆ 10ਵੇਂ ਪਾਤਸ਼ਾਹ ਜੀਆਂ ਦੇ ਦਰਸ਼ਨਾਂ ਵਾਸਤੇ, ਉਦੋਂ ਭੀਮ ਚੰਦ ਵੀ ਆਇਆ ਸੀ। ਸਤਿਗੁਰਾਂ ਦਾ ਇੰਨਾ ਸਤਿਕਾਰ, ਇੰਨੀ ਚੜ੍ਹਦੀ ਕਲਾ ਵੇਖ ਕੇ ਸਹਾਰ ਨਹੀਂ ਸਕਿਆ, ਪਰ ਮੁੱਖੋਂ ਕੁਝ ਬੋਲ ਵੀ ਨਹੀਂ ਸਕਿਆ ਕਿਉਂਕਿ ਡਰਦਾ ਸੀ, ਮਨ ਵਿੱਚ ਡਰ ਸੀ। ਤੇ ਚਿਤਵਨੀ ਕਰਦਾ ਹੋਇਆ, ਮਨ ਵਿੱਚ ਫੁਰਨਾ ਹੀ ਕਰਦਾ ਹੋਇਆ ਬੈਠ ਗਿਆ। ਉਦੋਂ ਪਖੰਡ ਦਾ ਖੰਡਨ ਕਰਨ ਵਾਸਤੇ ਤੇ ਜੋ ਰਤਨ ਰਾਏ ਨੂੰ ਵਿਰਾਗਮਈ ਉਪਦੇਸ਼ ਦਿੱਤਾ ਹੈ, ਉਸ ਸਮੇਂ ਇਹ ਸਤਿਗੁਰਾਂ ਨੇ ਸਵਈਏ ਉਚਾਰਨਾ ਕੀਤੇ ਨੇ। ਇਹ ਸਵਈਆਂ ਦੀ ਬਾਣੀ ਨਿਤਨੇ ਵਿੱਚ ਤੀਜੇ ਨੰਬਰ 'ਤੇ ਹੈ, ਤੇ ਅਮਰ ਸੰਚਾਰ ਵਿੱਚ ਜਦੋਂ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ ਉਦੋਂ ਵੀ ਤੀਜੇ ਨੰਬਰ 'ਤੇ ਇਹ ਬਾਣੀ ਪੜ੍ਹੀ ਜਾਂਦੀ ਹੈ, ਜੋ 5 ਬਾਣੀਆਂ ਦਾ ਨਿਤਨੇਮ ਹੈ। ਕਈ ਕਹਿੰਦੇ ਨੇ ਕਿ 5 ਬਾਣੀ ਦਾ ਨਿਤਨੇਮ ਜੀ ਜਾਪ ਸਾਹਿਬ ਔਖਾ ਏ, ਪਹਿਲੇ ਜਪਜੀ ਸਾਹਿਬ ਕਰ ਲਓ, ਫਿਰ ਸਵਈਏ ਪੜ੍ਹ ਕੇ ਚੌਪਈ ਸਾਹਿਬ ਆਨੰਦ ਸਾਹਿਬ ਕਰ ਲਓ, ਕਿ ਜਾਪ ਸਾਹਿਬ ਬਾਅਦ ਵਿੱਚ ਪੜ੍ਹਾਂਗੇ ਨਹੀਂ। ਜਿਵੇਂ ਸਤਿਗੁਰਾਂ ਨੇ ਤਰਤੀਬਵਾਰ ਬਾਣੀ ਲਿਖੀ ਹੈ, ਬਾਣੀ ਉਚਾਰੀ ਹੈ, ਪਹਿਲੇ ਜਪਜੀ ਸਾਹਿਬ, ਫਿਰ ਜਾਪ ਸਾਹਿਬ, ਫਿਰ ਸਵਈਏ, ਫਿਰ ਚੌਪਈ ਸਾਹਿਬ, ਤੇ 5ਵੇਂ ਨੰਬਰ 'ਤੇ ਆਨੰਦ ਸਾਹਿਬ। ਐਸੇ ਤਰ੍ਹਾਂ ਹੀ ਤਰਤੀਬਵਾਰ ਇਹ ਬਾਣੀ ਪੜ੍ਹਨੀ ਹੈ, ਕੋਈ ਆਪਣੀ ਮਰਜ਼ੀ ਨਹੀਂ ਕਰਨੀ। ਹੁਣ ਸਤਿਗੁਰੂ ਜੀ ਕਿਰਪਾ ਕਰਕੇ ਸਭ ਤੋਂ ਪਹਿਲੇ ਮੰਗਲ ਕੀਤਾ ਹੈ ਤੇ ਸਾਨੂੰ ਸਮਝਾਉਣਾ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਉਹ ਪਰਮਾਤਮਾ ਇੱਕ ਹੈ, ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਇੱਕ ਓੰਕਾਰ ਦੇ ਇਕੱਲੇ ਦੇ 63 ਭੇਦ ਵਿਦਵਾਨਾਂ ਨੇ ਕੀਤੇ ਨੇ। ਪਹਿਲੇ ਜਦੋਂ ਸਿੱਧਾ ਨਾਲ ਵਿਚਾਰ ਹੋਈ ਗੁਰੂ ਨਾਨਕ ਮਹਾਰਾਜ ਦੀ, ਕਹਿੰਦੇ ਤੁਸੀਂ ਓੰਕਾਰ ਕਿਉਂ ਲਿਖਿਆ ਹੈ? ਇੱਕ ਓੰਕਾਰ ਕਿਉਂ ਲਿਖਿਆ ਹੈ? ਇਹ ਵੇਦਾਂ ਵਿੱਚ ਇਕੱਲਾ ਓੰਗ ਸ਼ਬਦ ਹੈ। ਤੁਸੀਂ ਆਪਣਾ ਮਤ ਕਿਉਂ ਚਲਾਇਆ? ਇੱਕ ਓੰਕਾਰ ਕਿਉਂ ਲਿਖਿਆ ਹੈ? ਤਾਂ ਉੱਥੇ ਸੱਚੇ ਪਾਤਸ਼ਾਹ ਜੀਆਂ ਨੇ ਵਿਆਕਰਨ ਸਮੇਤ ਸਾਰਾ ਕੁਛ ਐਨ ਚੰਗੀ ਤਰ੍ਹਾਂ ਤਰਤੀਬਵਾਰ ਦੱਸ ਕੇ ਸਿੱਧਾ ਨੂੰ ਨਿਰੁੱਤਰ ਕੀਤਾ ਸੀ ਕਿ ਜਿਹੜਾ ਤੁਹਾਡਾ ਓੰਕਾਰ ਹੈ, ਓੰਗ ਹੈ, ਇਹ ਤ੍ਰਿਦਾ ਰੂਪ ਹੈ। ਭਾਵ ਕਿ ਰਾਜਸੀ, ਤਾਮਸੀ, ਸ਼ਾਂਤ ਕੀ। ਇਹ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਵਾਚਕ ਹੈ, ਪਰ ਤੁਸੀਂ ਇਹਦੇ ਵਿੱਚ ਕਿਤੇ ਪਰਮੇਸ਼ਰ ਨੂੰ ਨਹੀਂ ਜਣਾਇਆ। ਤੁਸੀਂ ਪਰਮੇਸ਼ਰ ਤਾਂ ਇਹਦੇ ਵਿੱਚ ਕਿਤੇ ਦੱਸਿਆ ਨਹੀਂ। ਇਸ ਕਰਕੇ ਅਸੀਂ ਲਾਈ ਹੈ ਕਾਰ। ਕਾਰ ਹੁੰਦੀ ਲਾਈਨ, ਜਿਵੇਂ ਕਾਰ ਦਾ ਲਾਈਨ ਦਾ ਕੋਈ ਅੰਤ ਨਹੀਂ ਨਾ ਹੈ, ਇਸੇ ਤਰ੍ਹਾਂ ਉਸ ਪਰਮੇਸ਼ਰ ਦਾ ਕੋਈ ਅੰਤ ਨਹੀਂ ਹੈ। ਤੇ ਜਿਹੜਾ ਤੁਹਾਡਾ ਓੰਗ ਹੈ, ਇਸ ਨੂੰ ਪੰਡਤ ਬ੍ਰਾਹਮਣ ਪੜ੍ਹ ਸਕਦਾ ਹੈ, ਖੱਤਰੀ ਸੁਣ ਸਕਦਾ ਹੈ, ਤੇ ਸ਼ੂਦਰ ਤੇ ਵੈਸ ਨਾ ਹੀ ਪੜ੍ਹ ਸਕਦੇ ਨੇ ਨਾ ਹੀ ਸੁਣ ਸਕਦੇ ਨੇ।
ਤੇ ਨਾ ਹੀ ਇਹਨਾਂ ਦੀ ਘਰਾਂ ਵਾਲੀਆਂ ਨੂੰ ਹੱਕ ਹੈ, ਨਾ ਪੜ੍ਹ ਸਕਦੀਆਂ ਨੇ ਨਾ ਸੁਣ ਸਕਦੀਆਂ ਨੇ। ਇਸੇ ਤਰ੍ਹਾਂ ਅਸੀਂ ਆਪਣਾ ਅਦਵੈਤ ਸਿਧਾਂਤ ਲਾਇਆ ਹੈ ਇੱਕ, ਭਾਵ ਕਿ ਕੋਈ ਉੱਚਾ ਨੀਵਾਂ ਕੋਈ ਵੀ ਹੋਵੇ, ਕਿਸੇ ਨੂੰ ਰੋਕ ਟੋਕ ਨਹੀਂ ਹੈ, ਹਰ ਕੋਈ ਪੜ੍ਹ ਸਕਦਾ ਹੈ ਇੱਕ ਓਅੰਕਾਰ। ਇਹ ਸਾਡਾ ਅਦਵੈਤ ਸਿਧਾਂਤ ਹੈ, ਇਹਦੇ ਵਿੱਚ ਕੋਈ ਦਵੈਸ਼ ਨਹੀਂ ਹੈ, ਅਸੀਂ ਕਿਸੇ ਨਾਲ ਭੇਦਭਾਵ ਨਹੀਂ ਕੀਤਾ। ਇੱਕ ਉਹ ਪਰਮਾਤਮਾ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਸੱਚਾ ਹੈ ਤੇ ਨਾਮ ਪ੍ਰਸਿੱਧ ਹੈ ਤੇ ਗੁਰ ਪ੍ਰਸਾਦ ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਗੁਰ ਵੱਡਾ ਹੈ, ਜੋ ਗੁਰੂ ਸ਼ਬਦ ਹੈ ਨਾ, ਇਹ ਗਿਰ ਧਾਤੂ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਵੱਡਾ, ਜੋ ਹਮੇਸ਼ਾ ਅਚਲ ਰਹਿੰਦਾ ਹੈ। ਤੇ ਪ੍ਰਸਾਦ, ਗੁਰ ਪ੍ਰਸਾਦ, ਜੋ ਪਰਮਾਤਮਾ ਹੈ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਪ੍ਰਸਾਦ ਕਹੀਏ ਕਿਰਪਾ, ਤੇ ਜੇ ਸੰਧੀ ਛੇਦ ਕਰਕੇ ਇਹਨਾਂ ਦਾ ਅਰਥ ਕਰੀਏ ਤਾਂ ਪ੍ਰਸਾਦ ਉਹ ਸਵਾਦਾਂ ਤੋਂ ਪਰੇ ਹੈ, ਤੇ ਜਿਹੜਾ ਉਸ ਦਾ ਜਾਪ ਕਰਦਾ ਹੈ, ਉਸ ਨੂੰ ਧਿਆਉਂਦਾ ਹੈ, ਉਸ ਨੂੰ ਵੀ ਗੁਰੂ ਜੀ ਸੱਚੇ ਪਾਤਸ਼ਾਹ ਸਵਾਦਾਂ ਤੋਂ ਪਰੇ ਕਰ ਦਿੰਦੇ ਨੇ, ਪ੍ਰਸਾਦ ਉਸ 'ਤੇ ਕਿਰਪਾ ਕਰਦੇ ਨੇ। ਇਸੇ ਤਰ੍ਹਾਂ ਉਹ ਪਰਮਾਤਮਾ ਜੋ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ। ਪਾਤਸ਼ਾਹੀ ਦਸਵੀਂ, ਹੁਣ ਇਹ 10ਵੇਂ ਪਾਤਸ਼ਾਹ ਦੀ ਬਾਣੀ ਹੈ, ਤਾਂ ਕਰਕੇ ਲਿਖਿਆ ਹੈ ਪਾਤਸ਼ਾਹੀ ਦਸਵੀਂ। ਕਈ ਇਸ ਨੂੰ ਉਚਾਰਨ ਕਰਦੇ ਨੇ ਪਾਤਸ਼ਾਹੀ 10ਵੀਂ, ਮੰਮੇ ਨਾਲ ਉਚਾਰਨ ਕਰਦੇ ਨੇ, ਪਰ ਇਸ ਦਾ ਸ਼ੁੱਧ ਉਚਾਰਨ ਜੋ ਹੈ ਦੱਦਾ ਸੱਸਾ ਵਾਵੇ ਨੂੰ ਵਿਹਾਰੀ, 10ਵੀਂ। ਤਵ ਪ੍ਰਸਾਦ ਸਵਈਏ, ਪ੍ਰਸਾਦ ਕਹੀਏ ਕਿਰਪਾ, ਤਵ ਕਹੀਏ ਤੇਰੀ। 10ਵੇਂ ਪਾਤਸ਼ਾਹ ਜੀ ਕਹਿੰਦੇ ਵੀ ਤੇਰੀ ਕਿਰਪਾ ਸੇ ਸਵਈਏ। ਇਹ ਸਵਈਆ ਇੱਕ ਛੰਦ ਹੁੰਦਾ ਹੈ, ਇਸ ਦੇ ਘੱਟੋ ਘੱਟ 100 ਪ੍ਰਕਾਰ ਦੇ ਸਵਈਏ ਇਹ ਗ੍ਰੰਥਾਂ ਵਿੱਚ ਆਉਂਦੇ ਨੇ। ਕੋਈ 32 ਮਾਤਰਾ ਦਾ ਇੱਦਾਂ ਕਰਕੇ ਕਈ ਹੁੰਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਜਣਾਉਂਦੇ ਨੇ, ਤੂੰ ਪ੍ਰਸਾਦ ਸਵਈਏ, ਵੀ ਤੇਰੀ ਕਿਰਪਾ ਸੇ ਸਵਈਏ ਉਚਾਰਨ ਲੱਗੇ ਹਾਂ। ਸ਼ਰਾਵਗ ਸੁਧ ਸਮੂਹ ਸਿਧਾਨ ਕੇ। ਸ਼ਰਾਵਗ, ਇਹ ਸ਼ਰਾਵਕ ਕੱਕੇ ਨਾਲ ਵੀ ਇਹ ਪਾਠ ਆਉਂਦਾ ਹੈ, ਪਰ ਸਤਿਗੁਰਾਂ ਨੇ ਇੱਥੇ ਗੱਗੇ ਨਾਲ ਪਾਠ ਕੀਤਾ ਹੈ। ਆਪਾਂ ਨੇ ਇਹੀ ਸ਼ੁੱਧ ਜਾਣਨਾ ਹੈ ਜੋ ਗੱਗੇ ਨਾਲ ਪਾਠ ਸ਼ਰਾਵਗ ਹੈ। ਗ੍ਰੰਥਾਂ ਵਿੱਚ ਸ਼ਰਾਵਕ ਪਾਠ ਵੀ ਆਉਂਦਾ ਹੈ। ਸ਼ਰਾਵਗ ਕਹੀਏ ਜੋ ਸਰੇਵੜੇ ਹੁੰਦੇ ਨੇ ਨਾ ਜੈਨੀ ਮੱਤ ਦੇ, ਆਪਣੇ ਆਪ ਨੂੰ ਬੜੀ ਸ਼ੁੱਧਤਾ ਰੱਖਣੀ, ਕਿਸੇ ਦਾ ਹੱਥ ਨਹੀਂ ਲੱਗਣ ਦੇਣਾ, ਮੂੰਹ ਢੱਕ ਕੇ ਰੱਖਣਾ, ਤੇ ਨੰਗੇ ਪੈਰੀ ਤੁਰਨਾ ਕਿ ਕੋਈ ਜੀਵ ਨਾ ਮਰ ਜੇ ਪੈਰਾਂ ਥੱਲੇ ਆ ਕੇ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਸ਼ਰਾਵਗ ਸੁੱਧ, ਜੋ ਸਰੇਵੜੇ ਨੇ ਆਪਣੇ ਆਪ ਨੂੰ ਬੜਾ ਸ਼ੁੱਧ ਦੱਸਦੇ ਨੇ, ਬੜਾ ਪਵਿੱਤਰ ਦੱਸਦੇ ਨੇ। ਸਮੂਹ ਸਿਧਾਨ ਕੇ। ਸਮੂਹ ਸਾਰੇ ਹੀ ਸਿਧਾਨ ਕੇ। ਅਦਾ ਜਦੋਂ ਅਰਥ ਕਰਨਾ ਹੈ ਸਿੱਧ ਆਨ, ਭਾਵ ਕਿ ਸਿੱਧੀਆਂ ਦੇ ਘਰ, ਜਿਨ੍ਹਾਂ ਨੇ ਇੰਨੀ ਸਿੱਧੀਆਂ ਪ੍ਰਾਪਤ ਕੀਤੀਆਂ ਨੇ ਕਿ ਸਿੱਧੀਆਂ ਦੇ ਘਰ ਬਣ ਗਏ। ਜੋ 18 ਸਿੱਧੀਆਂ ਹੁੰਦੀਆਂ ਨੇ
ਕਿ ਅਨਮਾ ਬਹਿਮਾ ਗਰਮਤਾ ਆਦਿਕ ਜੋ ਸਿੱਧੀਆਂ ਨੇ, ਕਿ ਬੜੇ ਭਾਰੀ ਹੋ ਜਾਣਾ ਪਹਾੜ ਜਿੱਡੇ, ਜਾਂ ਛੋਟੇ ਅਨੂ ਜੈਸੇ ਹੋ ਜਾਣਾ, ਜਾਂ ਲੰਬੇ ਵੱਡੇ ਹੋ ਜਾਣਾ, ਜਾਂ ਆਕਾਸ਼ ਵਿੱਚ ਉੱਡ ਪੈਣਾ, ਐਸੇ ਤਰ੍ਹਾਂ ਕਈ ਪ੍ਰਕਾਰ ਦੀਆਂ ਸਿੱਧੀਆਂ ਨੇ ਜੋ ਇਹ ਸਰੇਵੜੇ ਨੇ ਇਹ ਬੜੇ ਦੇਖੇ ਨੇ, ਜਾਂ ਜਿਨ੍ਹਾਂ ਕੋਲ ਸਿੱਧੀਆਂ ਨੇ ਉਹ ਵੀ ਬੜੇ ਸਮੂਹ ਸਿਧਾਨ ਕੇ ਸਿੱਧੀਆਂ ਦੇ ਘਰ ਬੜੇ ਦੇਖਣਾ ਕੀਤੇ ਨੇ। ਦੇਖ ਫਿਰਿਓ ਘਰ ਜੋਗ ਜਤੀ ਕੇ, ਇਹਨਾਂ ਦੇ ਘਰ ਬੜੇ ਦੇਖੇ ਨੇ। ਦੇਖ ਫਿਰਿਓ ਘਰ ਬੜੇ ਇਹਨਾਂ ਦੇ ਘਰ ਦੇਖੇ ਨੇ, ਕਿਹਨਾਂ ਦੇ? ਜੋਗ ਜਤੀ ਕੇ। ਜਿਵੇਂ ਗੋਰਖਨਾਥ, ਮੰਗਲਨਾਥ, ਮਛਿੰਦਰ ਆਦਿ ਜੋਗੀ ਹੋਏ ਨੇ, ਮਹਾਰਾਜ ਕਹਿੰਦੇ ਮੈਂ ਇਹਨਾਂ ਦੇ ਘਰ ਵੀ ਦੇਖੇ ਨੇ। ਜਿਵੇਂ ਦੱਤਾਤਰੇ, ਹਨੂਮਾਨ, ਲਛਮਣ ਇਹ ਜਤੀ ਹੋਏ ਨੇ, ਮਹਾਰਾਜ ਕਹਿੰਦੇ ਮੈਂ ਇਹਨਾਂ ਦੇ ਘਰ ਵੀ ਦੇਖੇ ਨੇ, ਇਹਨਾਂ ਨੂੰ ਵੀ ਦੇਖਿਆ ਹੈ। ਜਿਵੇਂ ਪੰਥ ਹੁੰਦੇ ਨੇ, ਆਈ ਪੰਥ, ਕਨੀਫਾ, ਇਹ ਜੋਗੀਆਂ ਦੇ ਪੰਥ ਨੇ। ਜਿਵੇਂ ਗਿਰੀ, ਪੂਰੀ, ਪਰਬਤੀ, ਇਹ ਸੰਨਿਆਸੀਆਂ ਦੇ ਪੰਥ ਨੇ। ਮਹਾਰਾਜ ਕਹਿੰਦੇ ਮੈਂ ਇਹਨਾਂ ਜੋਗੀਆਂ ਦੇ, ਜਤੀਆਂ ਦੇ ਜਿੰਨੇ ਹੋਏ ਨੇ, ਸੰਨਿਆਸੀਆਂ ਦੇ ਸਾਰੇ ਪੰਥ ਚੰਗੀ ਤਰ੍ਹਾਂ ਦੇਖਣਾ ਕੀਤੇ ਨੇ। ਸੂਰ ਸੁਰਾਰਦਨ ਸੁਧ ਸਿਧਾਦਿਕ, ਸੂਰ ਕਹੀਏ ਸੂਰਮਿਆਂ ਨੂੰ, ਯੋਧਿਆਂ ਨੂੰ। ਸੂਰ ਦੇਵਤਿਆਂ ਨੂੰ ਵੀ ਕਹਿੰਦੇ ਨੇ। ਸੂਰ ਸੁਰਾਰਦਨ, ਸੁਰਾਰਦਨ ਇਹ 2-3 ਅੱਖਰਾਂ ਤੋਂ ਇਕੱਠਾ ਹੋ ਕੇ ਬਣਿਆ ਹੈ। ਸੁਰਾਰਦਨ ਦਾ ਅਰਥ ਹੈ ਦੈਂਤ, ਤੇ ਇਸ ਦਾ ਸੰਧੀ ਛੇਦ ਕਰਕੇ ਜੇ ਅਰਥ ਕਰੀਏ, ਸੁਰ ਆਰਦਨ। ਆਰਦਨ ਕਹੀਏ ਜੋ ਦੇਵਤੇ ਨੇ, ਦੇਵਤਿਆਂ ਨੂੰ ਵੀ ਦੁੱਖ ਦੇਣ ਵਾਲੇ, ਨਾਸ਼ ਕਰਨ ਵਾਲੇ, ਉਹ ਨੇ ਸੁਰਾਰਦਨ ਦੈਂਤ। ਆਰ ਕਹਿੰਦੇ ਨੇ ਵੈਰੀ ਨੂੰ, ਆਦਨ ਕਹਿੰਦੇ ਨੇ ਖਾਣ ਵਾਲੇ ਜਾਂ ਨਾਸ਼ ਕਰਨ ਵਾਲੇ। ਕਦੇ ਵੱਡੇ ਵੱਡੇ ਮਹਾਰਾਜ ਕਹਿੰਦੇ ਮੈਂ ਯੋਧੇ ਦੇਖੇ ਨੇ, ਇਹ ਵੱਡੇ ਵੱਡੇ ਦੈਂਤ ਦੇਖੇ ਨੇ ਜਿਹੜੇ ਦੇਵਤਿਆਂ ਨੂੰ ਵੀ ਨਾਸ਼ ਕਰਦੇ ਨੇ। ਸੁਧ ਸੁਧਾਦਿਕ, ਸੁਧ ਆਪਣੇ ਆਪ ਨੂੰ ਬੜੇ ਪਵਿੱਤਰ ਦੱਸਣ ਵਾਲੇ, ਬੜੇ ਕਰਮਕਾਂਡੀ ਦੱਸਣ ਵਾਲੇ, ਕਿ ਕਾਠੀ ਧੋਏ ਜੁਲਾਬ ਹੈ, ਜਿਹੜੇ ਲੱਕੜਾਂ ਵੀ ਧੋ ਕੇ ਅੱਗ ਬਾਲਦੇ ਨੇ। ਇੱਦਾਂ ਦੇ ਵੀ ਬੜੇ ਮੈਂ ਦੇਖੇ ਨੇ, ਜਿਹੜੇ ਹੋਰ ਨਿਵਲ, ਭੁਜੰਗਮ ਆਦਿਕ ਸਾਧਨ ਜੋ ਕਰਦੇ ਨੇ। ਜਿਵੇਂ ਕੱਪੜਾ ਪਾ ਕੇ ਨੱਕ ਥਾਈਂ ਫਿਰ ਸਾਰੇ ਅੰਦਰ ਦੀ ਸਫਾਈ ਉਹਨਾਂ ਨੇ ਕਰਨੀ, ਨਿਉਲੀ ਕਰਮ ਬੜੇ ਕਰਦੇ ਨੇ। ਇੱਦਾਂ ਦੇ ਬੜੇ ਦੇਖੇ ਨੇ। ਸੁਧਾਦਿਕ, ਸੁਧਾਦਿਕ ਕਹਿੰਦੇ ਨੇ ਜੋ ਆਪਣਾ ਖੱਟ ਦੁਆਰੇ ਜੋ ਹੁੰਦੇ ਨੇ, ਜਿਵੇਂ ਮੂਲ ਦੁਆਰਾ ਹੋਰ ਆਦਿਕ ਹੁੰਦੇ ਨੇ, ਇਹਨਾਂ ਦੀ ਸਫਾਈ ਵਿੱਚ ਲੱਗੇ ਰਹਿੰਦੇ ਨੇ। ਬੜੀ ਪਵਿੱਤਰਤਾਈ ਆਪਣੇ ਆਪ ਨੂੰ ਜਣਾਉਂਦੇ ਨੇ। ਜਿਵੇਂ ਜੈਨੀ ਹੁੰਦੇ ਨੇ ਨਾ, ਜੈਨੀਆਂ ਨੇ ਮੂੰਹ ਢੱਕ ਕੇ ਰੱਖਣਾ, ਪੈਰ ਨੰਗੇ ਰੱਖਣੇ, ਕਿਸੇ ਨੂੰ ਹੱਥ ਨਹੀਂ ਲਾਉਣ ਦੇਣਾ। ਇਸ ਤਰ੍ਹਾਂ ਬੜੇ ਕਰਮ ਕਾਂਡ ਜੇ ਕਰਨੇ। ਮਹਾਰਾਜ ਕਹਿੰਦੇ ਮੈਂ ਇਹ ਸਾਰੇ ਚੰਗੀ ਤਰ੍ਹਾਂ ਦੇਖਣਾ ਕੀਤੇ ਨੇ। ਸੰਤ ਸਮੂਹ ਅਨੇਕ ਮਤੀ ਕੇ, ਅਨੇਕਾਂ ਹੀ ਸੰਤ ਤੇ ਅਨੇਕਾਂ ਹੀ ਮਤਾਂ ਦੇ ਭੇਖੀ ਦੇਖੇ ਨੇ। ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ, ਮਹਾਰਾਜ ਕਹਿੰਦੇ ਮੈਂ ਸਾਰੇ ਦੇਸ਼ਾਂ ਦੇ ਮਤਾਂ ਨੂੰ ਦੇਖਿਆ ਹੈ, ਚੰਗੀ ਤਰ੍ਹਾਂ ਦੇਖਿਆ ਹੈ। ਇਹ 300 ਤੋਂ ਵੱਧ ਮਤ ਨੇ, ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਦੇਖਣਾ ਕੀਤਾ ਹੈ। ਉਹ ਨਾ
ਨਾ ਦੇਖਿਤ ਪ੍ਰਾਨਪਤੀ ਕੇ। ਕਦੇ ਸਾਰੇ ਹੀ ਮਤਾਂ ਨੂੰ ਦੇਖਿਆ, ਧਰਮਾਂ ਨੂੰ ਦੇਖਿਆ, ਪਰ ਕੋਊ ਨਾ ਦੇਖੀਤ ਪ੍ਰਾਨਪਤੀ ਕੇ। ਪਰ ਕੋਈ ਵੀ ਏਦਾਂ ਦਾ ਨਹੀਂ ਦੇਖਿਆ ਜਿਹੜਾ ਪਰਮੇਸ਼ਰ ਦਾ ਬਣਿਆ ਹੋਵੇ, ਭਾਵ ਕਿ ਜਿਹਨੇ ਪਰਮੇਸ਼ਰ ਦੀ ਹੋਂਦ ਜਣਾਈ ਹੋਵੇ। ਮਹਾਰਾਜ ਕਹਿੰਦੇ ਮੈਂ ਏਦਾਂ ਦਾ ਨਹੀਂ ਕੋਈ ਦੇਖਿਆ। ਸਭ ਆਪਣੀ ਆਪਣੀ ਉਰਝਾਨਾ, ਪਾਰ ਬ੍ਰਹਮ ਕਾਹੂ ਨਾ ਪਛਾਨਾ। ਜਿਵੇਂ ਬਚਿੱਤਰ ਨਾਟਕ ਵਿੱਚ ਵੀ 10ਵੇਂ ਪਾਤਸ਼ਾਹ ਬਿਆਨ ਕਰਦੇ ਨੇ, ਕਦੇ ਮੈਂ ਬ੍ਰਹਮਾ ਵਿਸ਼ਨੂੰ ਮਹੇਸ਼ ਇਹਨਾਂ ਨੂੰ ਭੇਜਿਆ, ਦੇਵਤਿਆਂ ਨੂੰ ਭੇਜਿਆ, ਦੈਂਤ ਭੇਜੇ, ਸਾਖੀ ਭੇਜੇ, ਦੱਤਾਤਰੇय ਵਰਗਿਆਂ ਨੂੰ ਭੇਜਿਆ, ਪਰ ਕਿਸੇ ਨੇ ਪਰਮੇਸ਼ਰ ਦੀ ਹੋਂਦ ਨਹੀਂ ਜਣਾਈ। ਸਾਰੇ ਆਪਣੀ ਆਪਣੀ ਪੂਜਾ ਕਰਾਉਣ ਵਿੱਚ ਲੱਗੇ ਰਹੇ, ਕਿਸੇ ਨੇ ਪਰਮੇਸ਼ਰ ਬਾਰੇ ਨਹੀਂ ਦੱਸਿਆ। ਕੋਊ ਨਾ ਦੇਖੀਤ ਪ੍ਰਾਨਪਤੀ ਕੇ। ਜੋ ਪ੍ਰਾਣਾਂ ਦਾ ਪਤੀ ਹੈ, ਜੋ ਪ੍ਰਾਣਾਂ ਦਾ ਆਸਰਾ ਹੈ, ਮਹਾਰਾਜ ਕਹਿੰਦੇ ਮੈਂ ਏਦਾਂ ਦਾ ਕੋਈ ਨਹੀਂ ਦੇਖਿਆ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ। ਸ੍ਰੀ ਭਗਵਾਨ, ਸ੍ਰੀ ਕਹਿੰਦੇ ਨੇ ਸੁਭਾਏਮਾਨ, ਸ੍ਰੀ ਕਹਿੰਦੇ ਨੇ ਸ਼੍ਰੋਮਣੀ। ਭਗਵਾਨ ਜੋ ਖਟ ਭਗਾ ਸੁਪੰਨ ਹੈ, ਭਾਵ ਕਿ ਖਟ ਕਹੀਏ ਛੇ ਨੂੰ, ਜੋ ਉਤਪਤ ਲੈਤਾ ਪਾਲਣਾ ਆਦ ਕਰਨ ਵਾਲਾ ਹੈ, ਉਹ ਭਗਵਾਨ ਹੈ, ਉਹ ਪਰਮਾਤਮਾ ਹੈ। ਸ੍ਰੀ ਭਗਵਾਨ ਕੀ ਜੋ ਖਟ ਭਗਾ ਸੁਪੰਨ ਸ਼੍ਰੋਮਣੀ, ਜੋ ਪਰਮੇਸ਼ਰ ਦੀ ਭਾਏ ਕਿਰਪਾ ਹੂੰ ਤੇ। ਉਸ ਦੀ ਪ੍ਰੇਮ ਸ਼ਰਧਾ ਤੋਂ ਬਿਨਾ, ਕਿਰਪਾ ਤੋਂ ਬਿਨਾ, ਭਾਵ ਕਿ ਅਨੁਕੂਲ ਚੱਲਣ ਤੋਂ ਬਿਨਾ, ਜਿਨ੍ਹਾਂ ਦੇ ਮਨ ਵਿੱਚ ਕਿਰਪਾ ਭਈ ਹੀ ਨਹੀਂ, ਹੋਈ ਹੀ ਨਹੀਂ, ਭਾਏ ਕਿਰਪਾ ਹੂੰ ਤੇ। ਉਸ ਪਰਮਾਤਮਾ ਦੀ, ਉਸ ਪਰਮੇਸ਼ਰ ਦੀ ਪ੍ਰੇਮ ਸ਼ਰਧਾ ਕਿਰਪਾ ਤੋਂ ਬਿਨਾ। ਏਕ ਰਤੀ ਬਿਨ ਏਕ ਰਤੀ ਕੇ। ਏਕ ਰਤੀ ਬਿਨ ਏਕ ਰਤੀ ਕੇ। ਜੋ ਪਹਿਲੇ ਪਾਠ ਹੈ ਉਹ ਪੋਲਾ ਕਰਨਾ ਹੈ ਰਤੀ, ਜਿਸ ਦਾ ਅਰਥ ਹੈ ਪ੍ਰੀਤੀ ਜਾਂ ਪ੍ਰੇਮ। ਤੇ ਦੂਜਾ ਜੋ ਰੱਤੀ, ਉਹ ਅੱਧਕ ਨਾਲ ਪਾਠ ਕਰਨਾ ਹੈ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ। ਉਸ ਪਰਮਾਤਮਾ ਦੀ ਕਿਰਪਾ ਤੋਂ ਬਿਨਾ, ਪ੍ਰੇਮ ਸ਼ਰਧਾ ਤੋਂ ਬਿਨਾ, ਏਕ ਰਤੀ ਬਿਨ, ਪ੍ਰੀਤੀ ਤੋਂ ਬਿਨਾ, ਏਕ ਰੱਤੀ ਕੇ। ਇੱਕ ਵੀ ਰੱਤੀ ਮਾਤਰ, ਰੱਤੀ ਜਿੰਨਾ ਮੁੱਲ ਵੀ ਨਹੀਂ ਹੈ ਉਸਦਾ। ਇਸ ਦਾ ਅਨਵੈ ਕਰਕੇ ਅਰਥ ਹੈ, ਸ੍ਰੀ ਭਗਵਾਨ ਕੀ ਕਿਰਪਾ ਬਿਨ ਰਤੀ ਕੇ। ਕਿ ਜੋ ਪਰਮਾਤਮਾ ਦੀ ਕਿਰਪਾ ਬਿਨ, ਜੋ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਨੇ, ਜੋ ਪਰਮਾਤਮਾ ਦੀ ਪ੍ਰੀਤੀ ਤੋਂ ਬਿਨਾ ਨੇ, ਭਾਏ ਏਕ ਰੱਤੀ ਕੇ। ਜੋ ਭਾਏ ਦਾ ਅਰਥ ਇੱਥੇ ਫਿਰ ਪ੍ਰਕਾਸ਼ ਬਣ ਜਾਂਦਾ ਹੈ। ਜੋ ਫਿਰ ਭਾਏ ਪ੍ਰਕਾਸ਼ ਹੈ, ਉਹ ਇੱਕ ਰੱਤੀ ਦੇ ਮੁੱਲ ਦੇ ਸੁਦਰਸ਼ ਹੈ, ਇੱਕ ਰੱਤੀ ਦੇ ਸੁਦਰਸ਼ ਹੈ। ਦੂਜਾ ਅਨਵੈ ਕਰਕੇ ਅਰਥ ਕਰਦੇ ਨੇ ਕਿ ਸ੍ਰੀ ਭਗਵਾਨ ਕੀ ਕਿਰਪਾ ਬਿਨ ਰਤੀ ਕੇ, ਭਾਏ ਏਕ ਰੱਤੀ ਕੇ। ਕਿ ਉਸ ਪਰਮਾਤਮਾ ਦੀ ਇੱਕ ਰੱਤੀ ਮਾਤਰ ਕਿਰਪਾ ਤੋਂ ਬਿਨਾ ਬੰਦਾ ਇੱਕ ਰੱਤੀ ਜਿੰਨਾ ਵੀ ਨਹੀਂ ਹੈ। ਐਸੇ ਤਰ੍ਹਾਂ ਸਵਈਏ ਵਿੱਚ ਪਹਿਲੇ ਸੱਚੇ ਪਾਤਸ਼ਾਹ ਜੀਆਂ ਨੇ ਦੱਸਿਆ ਹੈ ਕਿ ਬੜੇ ਕਰਮਕਾਂਡੀ ਦੇਖੇ ਨੇ, ਬੜੇ ਸੰਤਾਂ ਦੇ ਮਤ ਦੇਖੇ ਨੇ, ਬੜੇ ਭੇਖੀਆਂ ਨੂੰ ਦੇਖਿਆ ਹੈ, ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ ਹੈ, ਪਰ ਸੱਚੇ ਪਾਤਸ਼ਾਹ ਅਖੀਰ ਵਿੱਚ ਨਿਚੋੜ ਕੱਢਦੇ ਨੇ ਕਿ ਬਿਨਾਂ ਪ੍ਰੇਮ ਤੋਂ, ਬਿਨਾਂ ਸ਼ਰਧਾ ਤੋਂ ਬਿਨਾਂ
ਇੱਕ ਰੱਤੀ ਦੇ ਸੁਦਾਰਸ਼ ਵੀ ਨਹੀਂ ਹੈ ਕਿ ਸ਼ਰਧਾ ਹੋਣੀ ਜ਼ਰੂਰੀ ਹੈ, ਪ੍ਰੇਮ ਹੋਣਾ ਜ਼ਰੂਰੀ ਹੈ। ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਸ ਨੇ ਪ੍ਰਭੂ ਨੂੰ ਪਾਣਾ ਕੀਤਾ ਹੈ। ਮਾਤੇ ਮਤੰਗ ਜਰੇ ਜਰ ਸੰਗ। ਹੁਣ ਅੱਗੇ ਦੱਸਦੇ ਨੇ, ਬੜੇ ਬੜੇ ਰਾਜਿਆਂ ਦੀ ਹਾਲਤ ਦੱਸਦੇ ਨੇ, ਉਹਨਾਂ ਦੇ ਕਰਤੱਵ ਦੱਸਦੇ ਨੇ। ਮਾਤੇ ਮਤੰਗ, ਮਾਤੇ ਕਹੀਏ ਮਸਤ ਨੂੰ, ਮਤੰਗ ਕਹੀਏ ਹਾਥੀ ਨੂੰ। ਬੜੇ ਚੰਗੇ ਜਵਾਨ ਹਾਥੀ ਹੋਣ, ਜਿਨ੍ਹਾਂ ਦੇ ਮੱਥੇ 'ਚੋਂ ਮਦ ਚੋਂਦਾ ਹੋਵੇ। ਮਦ ਇੱਕ ਸੁਗੰਧੀ ਵਾਲਾ ਇੱਕ ਚੰਗਾ ਪਦਾਰਥ ਹੁੰਦਾ ਹੈ। ਮਾਤੇ ਮਤੰਗ, ਇੱਦਾਂ ਦੇ ਵਧੀਆ ਜਵਾਨ ਹਾਥੀ ਹੋਣ। ਜਰੇ ਜਰ ਸੰਗ। ਜਰੇ ਕਹਿੰਦੇ ਨੇ ਜੜੇ ਹੋਏ, ਜਰ ਕਹਿੰਦੇ ਨੇ ਵਿਭੂਤੀ ਨੂੰ। ਉਹ ਬੜੇ ਹਾਥੀ, ਮਸਤ ਜਵਾਨ ਹਾਥੀ, ਹੀਰੇ ਲਾਲ ਜਵਾਹਰਾਤਾਂ ਨਾਲ ਜੜੇ ਹੋਏ ਹੋਣ, ਲੱਦੇ ਹੋਏ ਹੋਣ। ਅਨੂਪ ਉਤੰਗ ਸੁਰੰਗ ਸਵਾਰੇ। ਅਨੂਪ ਉਪਮਾ ਤੋਂ ਰਹਿਤ। ਉਤੰਗ ਕਹਿੰਦੇ ਨੇ ਵੱਡੇ ਉੱਚੇ। ਅਨੂਪ ਉਤੰਗ ਸੁਰੰਗ ਸਵਾਰੇ। ਸੁਰੰਗ ਬੜੇ ਵਧੀਆ ਵਸਤਰ ਪਹਿਨਾਏ ਜਾਣ, ਬੜੇ ਵਧੀਆ ਵਸਤਰ ਰਾਜਗਾਹਾਂ ਪਹਿਨਾਈਆਂ ਜਾਣ ਹਾਥੀ ਨੂੰ। ਕੋਟ ਤੁਰੰਗ ਕੁਰੰਗ ਸੇ ਕੂਦਤ। ਹੁਣ ਏਦਾਂ ਦੇ ਹਾਥੀ ਤੇ ਅੱਗੇ ਘੋੜਿਆਂ ਦੀ ਗੱਲ ਕਰਦੇ ਨੇ। ਕੋਟ ਤੁਰੰਗ, ਕੋਟ ਕਰੋੜਾ, ਤੁਰੰਗ ਕਹੀਏ ਘੋੜੇ। ਕੁਰੰਗ ਸੇ ਕੂਦਤ, ਕੁਰੰਗ ਕਹਿੰਦੇ ਨੇ ਹਿਰਨਾਂ ਨੂੰ। ਕਦੇ ਏਦਾਂ ਦੇ ਕਰੋੜਾਂ ਘੋੜੇ ਹੋਣ ਜਿਹੜੇ ਹਰਨਾਂ ਵਾਂਗੂ ਕੁੱਦਣ। ਕੌਣ ਕੇ ਗੌਨ ਕੋ ਜਾਤ ਨਿਵਾਰੇ। ਪੌਣ ਹਵਾ, ਗੌਣ ਕਹੀਏ ਵੇਗ ਨੂੰ। ਏਦਾਂ ਦੇ ਘੋੜੇ ਹੋਣ ਤੇਜ। ਪੌਣ ਕੇ ਗੌਣ ਕੋ ਜਾਤ ਨਿਵਾਰੇ, ਜਿਹੜੇ ਹਵਾ ਦੇ ਵੇਗ ਨੂੰ ਵੀ ਪਛਾੜਦੇ ਜਾਣ, ਜਿਹੜੇ ਇੰਨੀ ਤੇਜ਼ ਦੌੜਨ ਕਈ ਪਿੰਡ ਥੋੜ੍ਹੇ ਸਮੇਂ ਵਿੱਚ ਹੀ ਲੰਘ ਜਾਣ। ਏਦਾਂ ਦੇ ਵੀ ਤੇਜ਼ ਘੋੜੇ ਹੋਣ। ਭਾਰੀ ਭੁਜਾਨ ਕੇ ਭੂਪ ਭਲੀ ਵਿਦ। ਏਦਾਂ ਦੇ ਰਾਜੇ ਹੋਣ ਭਾਰੀ ਭੁਜਾਨ। ਭੁਜਾਨ ਕਹੀਏ ਬਾਹਾਂ ਨੂੰ। ਬੜੇ ਬਲ ਵਾਲੀਆਂ ਉਹਨਾਂ ਦੀਆਂ ਬਾਹਾਂ ਹੋਣ ਤੇ ਫੌਜ ਰੂਪੀ ਬਲ ਵਾਲੀਆਂ ਉਹਨਾਂ ਕੋਲ ਬਾਹਾਂ ਹੋਣ। ਭਾਰੀ ਭੁਜਾਨ ਕੇ ਭੂਪ ਭਲੀ ਵਿਦ। ਚੰਗੀ ਤਰ੍ਹਾਂ ਭਲੀ ਪ੍ਰਕਾਰ ਇਸ ਤਰ੍ਹਾਂ ਦੀ ਉਹਨਾਂ ਕੋਲ ਫੌਜ ਹੁਣ ਬਲ ਹੋਵੇ। ਨਿਆਵਤ ਸੀਸ ਨਾ ਜਾਤ ਵਿਚਾਰੇ। ਤੇ ਨਿਆਵਤ ਸੀਸ ਨਾ ਜਾਤ ਵਿਚਾਰੇ। ਤੇ ਬੜੀ ਪ੍ਰੇਮ ਸ਼ਰਧਾ ਨਾਲ ਉਹਨਾਂ ਅੱਗੇ ਆ ਕੇ ਸੀਸ ਝੁਕਾਉਣ। ਨਿਆਵਤ ਸੀਸ ਨਾ ਜਾਤ ਵਿਚਾਰੇ, ਜਿਨ੍ਹਾਂ ਦੀ ਗਿਣਤੀ ਨਾ ਕੀਤੀ ਜਾਵੇ ਕਿ ਕਿੰਨੇ ਉਸ ਚੱਕਰਵਰਤੀ ਰਾਜੇ ਨੂੰ ਸੀਸ ਨਿਭਾਉਂਦੇ ਨੇ। ਮਹਾਰਾਜ ਕਹਿੰਦੇ ਏਦਾਂ ਦੇ ਵੀ ਮੈਂ ਦੇਖੇ ਨੇ। ਇਤੇ ਭਏ ਤੂੰ ਕਹਾ ਪਏ ਭੂਪਤ। ਕਹਿੰਦੇ ਜੇ ਐਡੇ ਵੱਡੇ ਰਾਜੇ ਬਣ ਗਏ, ਚੰਗੇ ਮਸਤ ਹਾਥੀ ਹੋਣ, ਹਵਾ ਦੇ ਵੇਗ ਤੋਂ ਵੀ ਤੇਜ਼ ਚੱਲਣ ਵਾਲੇ ਘੋੜੇ ਹੋਣ, ਤੇ ਸਾਰੇ ਸੰਸਾਰ ਉਸ ਦਾ ਸਤਿਕਾਰ ਕਰੇ, ਮੱਥਾ ਟੇਕੇ। ਮਹਾਰਾਜ ਕਹਿੰਦੇ ਜੇ ਐਡੇ ਵੱਡੇ ਵੀ ਰਾਜੇ ਬਣ ਗਏ, ਇਤੇ ਭਏ ਤੋਂ ਕਹਾ ਪਏ ਭੂਪਤ। ਕਦੇ ਫੇਰ ਕੀ ਹੋ ਗਿਆ ਜੇ ਤੁਸੀਂ ਐਡੇ ਵੱਡੇ ਬਣ ਗਏ ਰਾਜੇ। ਅੰਤ ਕੋ ਨਾਗੇ ਹੀ ਪਾਏ ਪਧਾਰੇ। ਅੰਤ ਕੋ ਨਾਗੇ ਹੀ ਪਾਏ ਪਧਾਰੇ। ਨਾਗਹੁ ਪਾਵੋ ਤੇ ਗਏ ਜਿਨਕੇ ਲਾਖ ਕਰੋੜ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਮਹਾਰਾਜ ਕਹਿੰਦੇ ਐਡੇ ਐਡੇ ਰਾਜੇ ਜਿਨ੍ਹਾਂ ਕੋਲ ਇੰਨੀ ਵਿਭੂਤੀ ਹੈ,
ਕਹਿੰਦੇ ਉਹ ਵੀ ਇਸ ਸੰਸਾਰ ਤੋਂ ਨੰਗੇ ਜਾਂਦੇ ਦੇਖੇ ਨੇ, ਖਾਲੀ ਹੱਥ ਜਾਂਦੇ ਦੇਖੇ ਨੇ। ਜਿਵੇਂ ਸਿਕੰਦਰ ਬਾਦਸ਼ਾਹ ਚੱਕਰਵਰਤੀ ਯੂਨਾਨ ਦਾ ਰਾਜਾ ਹੋਇਆ ਹੈ ਨਾ, ਬੜਾ ਦੁਨੀਆ ਨੂੰ ਇਹ ਜਿੱਤਣ ਵਾਲਾ ਯੋਧਾ ਹੋਇਆ ਹੈ, ਪਰ ਜਦੋਂ ਇਹਨੂੰ ਗਿਆਨ ਹੋਇਆ ਕਿ ਮੇਰੇ ਨਾਲ ਕੁਝ ਨਹੀਂ ਜਾਣਾ, ਤਾਂ ਇਸਨੇ ਕਿਹਾ ਕਿ ਜਦੋਂ ਮੈਨੂੰ ਤੁਸੀਂ ਲੈ ਕੇ ਜਾਵੋਗੇ ਨਾ, ਤਾਂ ਮੇਰੇ ਦੋਵੇਂ ਹੱਥ ਬਾਹਰ ਕੱਢਿਓ ਅਤੇ ਮੇਰੇ ਪੈਰ ਨੰਗੇ ਕਰ ਦਿਓ, ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਐਡਾ ਵੱਡਾ ਰਾਜਾ, ਚੱਕਰਵਰਤੀ ਰਾਜਾ ਵੀ ਇਸ ਸੰਸਾਰ ਤੋਂ ਖਾਲੀ ਹੱਥ ਤੇ ਨੰਗੇ ਪੈਰ ਜਾ ਰਿਹਾ ਹੈ। ਜਦੋਂ ਬੱਚਾ ਜਨਮ ਲੈਂਦਾ ਹੈ, ਉਦੋਂ ਕਿਹੜਾ ਉਸਦੇ ਵਸਤਰ ਪਾਏ ਹੁੰਦੇ ਨੇ। ਜਦੋਂ ਜੀਵ ਚੜ੍ਹਾਈ ਕਰਦਾ ਹੈ, ਉਦੋਂ ਕਿਹੜਾ ਇਹ ਮਕਾਨ, ਕੋਠੀਆਂ, ਧਨ ਨਾਲ ਲੈ ਕੇ ਜਾਂਦਾ ਹੈ। ਅੰਤ ਕਉ ਨਾਗੇ ਹੀ ਪਾਏ ਪਧਾਰੇ, ਵੱਡੇ ਵੱਡੇ ਰਾਜੇ, ਆਪਣੇ ਆਪ ਨੂੰ ਬੜੀ ਧਨੀ ਕਹਾਉਣ ਵਾਲੇ, ਰਹੀਸ ਕਹਾਉਣ ਵਾਲੇ, ਮਹਾਰਾਜ ਕਹਿੰਦੇ ਮੈਂ ਖਾਲੀ ਹੱਥ ਨੰਗੇ ਜਾਂਦੇ ਦੇਖੇ ਨੇ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਜੀਤ ਫਿਰੈ ਸਭ ਦੇਸ ਦਿਸਾਨ ਕੋ, ਸਾਰੇ ਹੀ ਦੇਸਾਂ ਨੂੰ ਭਾਵੇਂ ਜਿੱਤ ਲਵੇ। ਜਿਵੇਂ ਨੈਰਵ, ਵੈਵ, ਅਗਨ, ਈਸਾਨ, ਇਹ ਉਪ ਦਿਸ਼ਾਵਾਂ ਨੇ। ਭਾਵੇਂ ਚਾਰੇ ਦਿਸ਼ਾਵਾਂ ਉੱਤਰ, ਪੂਰਬ, ਦੱਖਣ, ਪੱਛਮ, ਭਾਵੇਂ ਇਹਨਾਂ ਸਾਰੀਆਂ ਦਿਸ਼ਾ ਨੂੰ ਜਿੱਤ ਲਵੇ, ਜਿੱਥੋਂ ਤੱਕ ਵਸ ਚਲੇ ਜਿੱਤ ਲਵੇ। ਬਾਜਤ ਢੋਲ ਮਿਰਦੰਗ ਨਿਗਾਰੇ, ਢੋਲ ਵੱਜਣ, ਮਿਰਦੰਗ ਜੋ ਹੱਥਾਂ ਨਾਲ ਸਾਜ਼ ਵੱਜਦਾ ਹੈ, ਬੜੇ ਜਿੱਤ ਦੇ ਨਗਾਰੇ ਵੱਜਦੇ ਨੇ। ਗੂੰਜਤ ਗੂੜ ਗਜਾਨ ਕੇ ਸੁੰਦਰ, ਗੂੰਜਤ ਗੂੰਜਦੇ ਨੇ ਗੂੜ, ਜਿਨ੍ਹਾਂ ਦੇ ਮੱਥੇ 'ਚੋਂ ਮਦ ਚੋ ਰਿਹਾ ਹੈ, ਤੇ ਗਜਾਨ ਜੋ ਹਾਥੀ ਨੇ, ਬੜੇ ਹਾਥੀ ਗੂੰਜ ਰਹੇ ਨੇ, ਬੜੀ ਉੱਚੀ ਉੱਚੀ ਗੂੰਜ ਰਹੇ ਨੇ। ਗੂੜ ਜਿਨ੍ਹਾਂ ਦੇ ਮੱਥੇ 'ਚੋਂ ਮਦ ਚੋ ਰਿਹਾ ਹੈ, ਤੇ ਗੁੰਜਤ ਕਹੀਏ ਉੱਚੀ ਉੱਚੀ ਚੀਕਦੇ ਨੇ, ਬੜਾ ਸੁੰਦਰ। ਗੁੰਜਤ ਗੂੜ ਗਜਾਨ ਕੇ ਸੁੰਦਰ, ਬੜਾ ਸੁੰਦਰ ਚੀਕਦੇ ਨੇ, ਜਿੱਦਾਂ ਸੁੰਡ ਉਤਾਰ ਨੂੰ ਚੱਕ ਕੇ ਆਪਣੀ ਬੋਲੀ ਵਿੱਚ ਜਾਂ ਬੋਲਦੇ ਨੇ, ਚੀਕਦੇ ਨੇ। ਤੇ ਦੂਜਾ ਅਰਥ ਇਹਦਾ ਕਰਦੇ ਨੇ ਗੁੰਜਤ, ਗੂੰਜਦੇ ਨੇ ਕੌਣ? ਭੌਰੇ। ਕਿਉਂਕਿ ਜੋ ਹਾਥੀ ਦੇ ਮੱਥੇ 'ਚੋਂ, ਜੋ ਵਧੀਆ ਹਾਥੀ ਹੁੰਦਾ ਹੈ, ਉਸਦੇ ਮੱਥੇ 'ਚੋਂ ਮਦ ਚੋ ਰਿਹਾ ਹੁੰਦਾ ਹੈ, ਜਿਸ ਵਿੱਚ ਸੁਗੰਧੀ ਹੁੰਦੀ ਹੈ। ਤੇ ਸੁਗੰਧੀ ਨੂੰ ਫਿਰ ਭੌਰੇ ਜੋ ਖਿੱਚੇ ਆਉਂਦੇ ਨੇ ਸੁਗੰਧੀ ਵੱਲ, ਤੇ ਉਹ ਭੌਰੇ ਆ ਕੇ ਉੱਥੇ ਗੂੰਜਦੇ ਨੇ, ਹਾਥੀ ਦੇ ਦੁਆਲੇ ਗੂੰਜਦੇ ਨੇ। ਭਾਵ ਕਿ ਇੱਦਾਂ ਦੇ ਹਾਥੀ ਹੋਣ। ਗੁੰਜਤ ਗੂੜ ਗਜਾਨ ਕੇ ਸੁੰਦਰ, ਜਿਹੜੇ ਬੜਾ ਸੁੰਦਰ ਗੂੰਜਦੇ ਨੇ। ਹੈਂਸਤ ਹੀ ਹੈ ਰਾਜ ਹਜ਼ਾਰੇ, ਜਿਹੜੇ ਘੋੜਿਆਂ ਦੇ ਰਾਜੇ ਹੈ ਕਹੀਏ ਘੋੜੇ ਨੂੰ, ਤੇ ਰਾਜ ਕਹੀਏ ਰਾਜਾ, ਹੈ ਰਾਜ, ਇਹ ਇਕੱਠਾ ਪਾਠ ਫਿਰ ਬਣਦਾ ਹੈ। ਜਿਵੇਂ ਹੈ ਰਾਜ, ਘੋੜਿਆਂ ਦੇ ਰਾਜੇ ਜੋ ਦਰਿਆਈ ਘੋੜੇ ਹੁੰਦੇ ਨੇ, ਹਿੰਸਤ ਹੀ ਹੈ ਰਾਜ ਹਜ਼ਾਰੇ, ਭਾਵੇਂ ਹਜ਼ਾਰਾਂ ਹੀ ਇੱਦਾਂ ਦੇ ਘੋੜੇ ਹੋਣ। ਤੇ ਜੋ ਤੁਰਕਾਨ ਦੇਸ਼ ਹੈ, ਉਹ ਤੁਰਕਾਨ ਦੇਸ਼ ਦੇ ਵਧੀਆ ਇਹ ਘੋੜੇ ਮੰਨੇ ਗਏ ਨੇ, ਦਰਿਆਈ ਘੋੜੇ। ਭੂਤ ਭਵਿੱਖ ਭਵਾਨ ਕੇ ਭੂਪਤ, ਭੂਤ ਕਹੀਏ ਜੋ ਸਮਾਂ ਲੰਘ ਗਿਆ, ਭਵਾਨ ਜਿਸ ਨੂੰ ਆਪਾਂ ਵਰਤਮਾਨ ਕਹਿੰਦੇ ਹਾਂ, ਜੋ ਸਮਾਂ ਚੱਲ ਰਿਹਾ ਹੈ, ਭਵਿੱਖ ਜੋ ਆਉਣ ਵਾਲਾ ਸਮਾਂ ਹੈ। ਭੂਤ ਭਵਿੱਖ ਭਵਾਨ ਕੇ ਭੂਪਤ, ਕਹਿੰਦੇ ਪਿੱਛੇ ਵੀ ਤੇ ਹੁਣ ਸਮੇਂ ਵਿੱਚ ਵੀ
ਤੇ ਅੱਗੇ ਵੀ ਜੋ ਰਾਜੇ ਹੋਏ ਨੇ। ਕੌਣ ਗਨੈ ਨਹੀਂ ਜਾਤ ਵਿਚਾਰੀ। ਮਹਾਰਾਜ ਕਹਿੰਦੇ ਇੰਨੇ ਰਾਜੇ ਹੋਏ ਨੇ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਵੇਂ ਮੁਹੰਮਦ ਜੀ ਨੇ ਹਦੀਸਾਂ ਵਿੱਚ ਲਿਖਿਆ ਹੈ, ਕਹਿੰਦੇ ਸੰਸਾਰ ਵਿੱਚ ਐਡੇ ਐਡੇ ਵਜ਼ੀਰ ਤੇ ਇੰਨੇ ਰਾਜੇ ਹੋਏ ਨੇ ਕਿ ਇੱਕ ਪੈਰ ਚੁੱਕੀਏ ਤਾਂ ਰਾਜੇ ਦੀ ਕਬਰ ਤੇ, ਦੂਜਾ ਪੈਰ ਚੁੱਕੀਏ ਤਾਂ ਵਜ਼ੀਰ ਦੀ ਕਬਰ ਤੇ ਟਿਕਦਾ ਹੈ। ਭਾਵ ਕਿ ਇੰਨੇ ਇੰਨੇ ਰਾਜੇ ਹੋ ਕੇ ਮਰ ਚੁੱਕੇ ਨੇ। ਇੰਨੇ ਇੰਨੇ ਰਾਜੇ ਜੰਮ ਕੇ ਸੰਸਾਰ ਤੋਂ ਪਲਾਇਨ ਕਰ ਗਏ ਨੇ। ਸ੍ਰੀ ਪਤ ਸ੍ਰੀ ਭਗਵਾਨ ਭਜੀਵਨ। ਸ੍ਰੀ ਕਹੀਏ ਸ਼੍ਰੋਮਣੀ ਨੂੰ ਪਤ, ਜੋ ਪਤੀ ਪਰਮੇਸ਼ਰ ਹੈ। ਸ੍ਰੀ ਕਹੀਏ ਮਾਇਆ, ਜੋ ਮਾਇਆ ਦਾ ਵੀ ਪਤ ਪਤੀ ਹੈ। ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ, ਜੋ ਭਗਵਾਨ ਖਟ ਭਗਾ ਸੁਪੰਨ ਹੈ, ਉਸ ਨੂੰ ਜਪੇ ਤੋਂ ਬਿਨਾ। ਅੰਤ ਕੋ ਅੰਤ ਕੀ ਧਾਮ ਸਿਧਾਰੀ। ਜੇ ਉਸ ਦਾ ਨਾਮ ਨਹੀਂ ਨਾ ਜਪਦੇ ਤਾਂ ਅੰਤ ਕੋ ਅੰਤ ਕੇ ਧਾਮ ਸਿਧਾਰੀ। ਅੰਤ ਕੇ ਕਹੀਏ ਧਰਮ ਰਾਜਾ, ਅੰਤ ਕੇ ਕਹੀਏ ਅੰਤ ਦੇ ਵੇਲੇ ਨੂੰ। ਜੇ ਆਪਾਂ ਨਾਮ ਨਹੀਂ ਨਾ ਜਪਿਆ, ਉਹਨਾਂ ਰਾਜਿਆਂ ਨੇ ਨਾਮ ਨਹੀਂ ਜਪਿਆ, ਤਾਂ ਅੰਤ ਨੂੰ ਫਿਰ ਉਹ ਜਮਾ ਦੇ ਵਸ ਪਏ ਨੇ। ਅੰਤ ਕੋ ਅੰਤ ਕੇ ਧਾਮ ਸੁਧਾਰੇ, ਤਾਂ ਜਮਪੁਰੀ ਨੂੰ ਸੁਧਾਰੇ ਨੇ। ਤੀਰਥ ਨਾਨ ਦਇਆ ਦਮ ਦਾਨ। ਭਾਵੇਂ ਕਲਪਨਾ ਸਹਿਤ ਅਨੇਕਾਂ ਹੀ ਤੀਰਥਾਂ ਤੇ ਇਸ਼ਨਾਨ ਕਰਨਾ ਕਰੇ। ਦਇਆ ਦਮ ਦਾਨ। ਦਇਆ ਜਿਵੇਂ ਇਹ ਜੈਨੀ ਕਰਦੇ ਨੇ ਨਾ, ਪਖੰਡ ਜਾ ਕਰਕੇ ਕਿ ਅਸੀਂ ਨੰਗੇ ਪੈਰ ਤੁਰਨਾ ਹੈ ਤੇ ਜੀਵ ਦੀ ਅਸੀਂ ਰੱਖਿਆ ਕਰਦੇ ਹਾਂ ਕਿ ਸਾਡੇ ਪੈਰਾਂ ਥੱਲੇ ਆ ਕੇ ਕੋਈ ਜੀਵ ਮਰ ਨਾ ਜਾਵੇ। ਜਿਵੇਂ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਨਾਨਕ ਮਹਾਰਾਜ ਨੂੰ, ਕਦੇ ਸੱਚੇ ਪਾਤਸ਼ਾਹ ਜੀ, ਇਹ ਜੈਨੀ ਜੋ ਨੇ ਜੀਵਾਂ ਦੀ ਰੱਖਿਆ ਕਰਦੇ ਨੇ। ਤਾਂ ਉਸ ਸਮੇਂ ਸੱਚੇ ਪਾਤਸ਼ਾਹ ਜੀ ਨੇ ਇਹ ਪੰਕਤੀ ਪੜ੍ਹੀ ਸੀ, ਜੀਆ ਮਾਰ ਜਵਾਲੇ ਸੋਈ, ਅਵਰ ਨਾ ਕੋਈ ਰੱਖੈ। ਮਹਾਰਾਜ ਕਹਿੰਦੇ ਜੋ ਜੀਵ ਜੰਮਦੇ ਨੇ ਜਾਂ ਮਰਦੇ ਨੇ, ਇਹ ਸਿਰਫ ਪਰਮਾਤਮਾ ਦੇ ਹੱਥ ਹੈ। ਜੀਆ ਮਾਰ ਜਵਾਲੇ ਸੋਈ, ਅਵਰ ਨਾ ਕੋਈ ਰੱਖੈ। ਜੇ ਕੋਈ ਰੱਖਣਾ ਵੀ ਚਾਹੇ ਕਿ ਮੈਂ ਰੱਖ ਲਵਾਂ, ਮੈਂ ਉਸ ਨੂੰ ਬਚਾ ਲਵਾਂ, ਤਾਂ ਉਹ ਰੱਖ ਨਹੀਂ ਸਕਦਾ। ਇੱਕ ਪਰਮਾਤਮਾ ਹੀ ਹੈ ਜੋ ਜੀਵਾਂ ਨੂੰ ਮਾਰ ਸਕਦਾ ਹੈ, ਰੱਖ ਸਕਦਾ ਹੈ, ਕਿਉਂਕਿ ਸਾਰਾ ਕੁਛ ਉਸਦੇ ਹੱਥ ਵਿੱਚ ਹੈ। ਦਮ ਦਾਨ। ਦਮ ਕਹੀਏ ਇੰਦਰੀਆਂ ਦਾ ਦਮਨ ਕਰਨਾ। ਜਿਵੇਂ ਅੰਮ੍ਰਿਤਸਰ ਕਾਰ ਸੇਵਾ ਚੱਲ ਰਹੀ ਸੀ, ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਕੋਲ ਇੰਦਰ ਦੇਵਤਾ ਆਇਆ, 33 ਕਰੋੜ ਦੇਵੀ ਦੇਵਤਿਆਂ ਸਮੇਤ ਆਇਆ। ਕਹਿੰਦਾ ਜੀ ਸਾਨੂੰ ਬ੍ਰਹਮਾ ਨੇ, ਅਸੀਂ 3 ਜਣੇ ਸੀ, ਸਾਨੂੰ ਦਾ ਉਪਦੇਸ਼ ਦਿੱਤਾ ਹੈ। ਤੇ ਇੱਕ ਨੂੰ ਕਿਹਾ ਕਿ ਤੂੰ ਜੀਵਾਂ ਤੇ ਦਇਆ ਕਰਿਆ ਕਰ, ਤੇ ਰਾਜੇ ਨੂੰ ਕਿਹਾ ਕਿ ਤੂੰ ਦਾਨ ਕਰਿਆ ਕਰ, ਤੇ ਮੈਨੂੰ ਬ੍ਰਹਮਾ ਨੇ ਕਿਹਾ ਕਿ ਦਿਨ ਰਾਤ ਤੂੰ ਵਿਕਾਰਾਂ ਵਿੱਚ ਸੜਦਾ ਰਹਿੰਦਾ ਹੈ, ਇੰਦਰੀਆਂ ਦਾ ਦਮਨ ਕਰਿਆ ਕਰ। ਦਮ ਜਿਵੇਂ ਆਂਦੇ ਨੇ ਸਾਮਦਮ ਸਰਦਾ ਤੀਸਰੀ, ਤੇ ਸਾਮ ਕਹੀਏ ਮਨ ਦੀਆਂ ਬਿਰਤੀਆਂ ਰੋਕਣੀਆਂ। ਦਮ ਕਹੀਏ ਇੰਦਰੀਆਂ ਦਾ ਦਮਨ ਕਰਨਾ। ਭਾਵ ਕਿ ਜੋ 10 ਇੰਦਰੀ ਕਰ ਰਾਖੈ ਵਾਸ, ਤਾ ਕੈ ਆਤਮੈ ਹੋਏ ਪ੍ਰਗਾਸ। ਜੋ ਆਪਣੀ 10 ਇੰਦਰੀਆਂ ਨੇ, ਜਿਨ੍ਹਾਂ ਨੇ ਇਸ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ, ਜਿਨ੍ਹਾਂ ਨੇ ਅੱਖਾਂ 'ਤੇ ਕੰਟਰੋਲ ਕੀਤਾ ਹੈ, ਭਾਰਤੀय ਰੂਪ ਨਾ ਪੇਖੈ ਨੇਤਰ, ਜਿਨ੍ਹਾਂ ਨੇ ਕੰਨਾਂ 'ਤੇ ਕੰਟਰੋਲ ਕੀਤਾ ਹੈ, ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਜਿਨ੍ਹਾਂ ਨੇ ਆਪਣੀ ਜੀਭ 'ਤੇ
ਕੰਟਰੋਲ ਕੀਤਾ ਹੈ। ਜਿਨ੍ਹਾਂ ਨੇ ਹੱਥਾਂ ਤੇ ਪੈਰਾਂ ਤੇ ਗੁਪਤ ਦੁਆਰਿਆਂ ਤੇ ਜਿਨ੍ਹਾਂ ਨੇ ਵਸ ਵਿੱਚ ਕੀਤਾ ਹੈ, ਉਹਨਾਂ ਨੂੰ ਕਹਿੰਦੇ ਨੇ ਦਮ। ਇੰਦਰੀਆਂ ਦਾ ਦਮਨ ਕਰਨਾ। ਦਾਨ ਦਾਨ ਹਮੇਸ਼ਾ ਆਪ ਤੋਂ ਛੋਟੇ ਨੂੰ ਹੋਇਆ ਕਰਦਾ ਹੈ। ਅੱਜ ਕੱਲ੍ਹ ਆਪਾਂ ਕਹਿੰਦੇ ਹਨ ਕਿ ਫਲਾਣੇ ਨੇ ਗੁਰੂ ਘਰ ਨੂੰ ਇੰਨੇ ਪੈਸੇ ਦਾਨ ਕੀਤੇ, ਜਾਂ ਇਹ ਪਦਾਰਥ ਦਾਨ ਕੀਤਾ, ਇਹ ਵਸਤੂ ਦਾਨ ਕੀਤੀ। ਨਹੀਂ, ਦਾਨ ਹਮੇਸ਼ਾ ਆਪ ਤੋਂ ਛੋਟੇ ਨੂੰ ਹੋਇਆ ਕਰਦਾ ਹੈ। ਗੁਰੂ ਘਰ ਆਪਾਂ ਸਤਿਗੁਰਾਂ ਨੂੰ ਭੇਟਾ ਦੇ ਸਕਦੇ ਹਾਂ, ਕਿਉਂਕਿ ਜੋ ਮੱਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇੱਥੇ ਗੁਰਾਂ ਕੋਲ ਆ ਕੇ ਆਪਾਂ ਮੰਗਦੇ ਹਾਂ, ਧੀ ਪੁੱਤਰ ਹੋਰ ਧਨ ਪਦਾਰਥ ਇੱਥੇ ਆ ਕੇ ਮੰਗਦੇ ਹਾਂ, ਅਤੇ ਗੁਰਾਂ ਦਾ ਹੀ ਲਈ ਹੋਈ ਚੀਜ਼ ਗੁਰਾਂ ਤੋਂ ਉਹਨਾਂ ਨੂੰ ਕਿਵੇਂ ਦਾਨ ਕਰ ਸਕਦੇ ਹਾਂ। ਜਿਵੇਂ ਆਪਾਂ ਕਿਸੇ ਯਾਰ ਮਿੱਤਰ ਤੋਂ ਮਾਇਆ ਲਈਏ ਅਤੇ ਉਹਦੀ ਮਾਇਆ ਲੈ ਕੇ ਆਪਾਂ ਉਸ ਨੂੰ ਕਹੀ ਜਾਈਏ ਕਿ ਆ ਲੈ ਮੈਂ ਤੈਨੂੰ ਦਾਨ ਕੀਤੇ, ਇਹ ਗੱਲ ਨਹੀਂ ਬਣਦੀ। ਗੁਰੂ ਘਰ ਕੋਈ ਵੀ ਚੀਜ਼ ਆਪਾਂ ਨੇ ਦੇਣੀ ਹੈ ਤਾਂ ਕਹਿਣਾ ਹੈ ਕਿ ਭੇਟਾ ਕੀਤੀ ਹੈ, ਸਤਿਗੁਰਾਂ ਦੇ ਚਰਨਾਂ 'ਚ ਭੇਟਾ ਕੀਤੀ ਹੈ। ਹੁਣ ਇੱਥੇ ਦਾਨ, ਸਹਿਤ ਕਾਮਨਾ ਦੇ ਅਨੇਕਾਂ ਹੀ ਦਾਨ ਕਰਦੇ ਨੇ। ਕੋਈ ਪਿੱਤਰਾਂ ਦੇ ਨਾਂ 'ਤੇ ਦਾਨ ਕਰਦਾ ਹੈ, ਸ਼ਰਾਧ ਆਦਿ ਕਰਾਉਂਦਾ ਹੈ। ਪਰ ਮਹਾਰਾਜ ਕਹਿੰਦੇ ਅੱਗੇ ਵਸ ਸੁਝਾਣੀਐ ਪਿਤਰੀ ਚੋਰ ਕਰੇ। ਕਹਿੰਦੇ ਜੇ ਤੂੰ ਇੱਥੇ ਚੋਰੀ ਕਰਕੇ ਵੀ ਪਿੱਤਰਾਂ ਨੂੰ ਦਾਨ ਕਰਦਾ ਹੈ ਨਾ, ਤਾਂ ਉਹਨਾਂ 'ਤੇ ਵੀ ਪਿੱਤਰਾਂ 'ਤੇ ਚੋਰੀ ਹੋਣ ਦਾ ਦੋਸ਼ ਲੱਗਦਾ ਹੈ, ਚੋਰ ਹੋਣ ਦਾ। ਕਿਉਂਕਿ ਜਿਨ੍ਹਾਂ ਦੇ ਘਰੋਂ ਚੋਰੀ ਕੀਤੀ ਹੈ ਉਹਨਾਂ ਦੇ ਪਿੱਤਰ ਫਿਰ ਅੱਗੇ ਆਪਣੀ ਵਸਤੂ ਪਛਾਣ ਲੈਂਦੇ ਨੇ, ਜਾਣ ਲੈਂਦੇ ਨੇ, ਤਾਂ ਫਿਰ ਉਹ ਦੋਸ਼ ਲਾਉਂਦੇ ਨੇ ਕਿ ਇਸਨੇ ਮੇਰੀ ਵਸਤੂ ਚੋਰੀ ਕੀਤੀ ਹੈ। ਇਸ ਤਰ੍ਹਾਂ ਅਨੇਕਾਂ ਹੀ ਸਹਿਤ ਕਾਮਨਾ ਦੇ ਦਾਨ ਕਰਦੇ ਨੇ। ਸੋ ਸੰਜਮ ਨੇਮ ਅਨੇਕ ਬਸਿਖੈ। ਸੋ ਭਲੀ ਪ੍ਰਕਾਰ ਸੰਜਮ, ਬੜੇ ਸੰਜਮੀ ਦੇਖੇ ਨੇ ਜਿਹੜੇ ਕਹਿੰਦੇ ਨੇ ਅਸੀਂ ਤਾਂ ਜੀ ਪਿਆਜ਼ ਵੀ ਨਹੀਂ ਛਕਣਾ। ਸੋ ਸੰਜਮ ਨੇਮ, ਨੇਮ ਜੋ 10 ਪ੍ਰਕਾਰ ਦਾ ਨੇਮ ਨੇ, ਜਿਵੇਂ ਨਿਉਲੀ ਕਰਮ ਕਰਨਾ, ਯਮ ਆਦਿ ਕਰਨੇ। ਸੋ ਸੰਜਮ ਨੇਮ ਅਨੇਕ ਬਸਿਖੈ। ਬਸਿਖੈ ਕਹਿੰਦੇ ਨੇ ਵਿਸ਼ੇਸ਼ ਤੌਰ 'ਤੇ ਭਲੀ ਪ੍ਰਕਾਰ ਦੇਖਣਾ ਕੀਤੇ ਨੇ। ਵੇਦ ਪੁਰਾਨ ਕੁਤੇਬ ਕੁਰਾਨ। ਜੋ 4 ਵੇਦ ਨੇ, 18 ਪੁਰਾਣ ਨੇ, ਤੇ 4 ਅੰਜੀਲ ਦੀ ਆਦਿਕ ਜੋ ਕਿਤਾਬ ਨੇ। ਜ਼ਮੀਨ ਜਮਾਨ ਸਵਾਨ ਕੀ ਪੀਖੈ। ਭਾਵੇਂ 4 ਵੇਦ ਪੜ੍ਹ ਲਏ, 18 ਪੁਰਾਣ ਪੜ੍ਹ ਲਏ, ਕਿਤਾਬਾਂ ਨੂੰ ਪੜ੍ਹ ਲਿਆ, ਤੇ ਜ਼ਮੀਨ ਜਮਾਨ ਸਵਾਨ ਕੇ ਪੇਖੈ। ਜ਼ਮੀਨ ਕਹੀਏ ਧਰਤੀ ਨੂੰ, ਜਮਾਨ ਕਹੀਏ ਆਕਾਸ਼ ਨੂੰ। ਭਾਵੇਂ ਇੰਨੀ ਸ਼ਕਤੀ ਆ ਜਾਵੇ ਕਿ ਜ਼ਮੀਨ ਤੇ ਆਕਾਸ਼ ਵਿੱਚ ਗਮਤਾ ਕਰਦਾ ਫਿਰੇ, ਵਿਚਰਦਾ ਫਿਰੇ, ਜਿਵੇਂ ਨਾਰਦ ਮੁਨੀ ਹੋਇਆ ਹੈ ਨਾ ਆਕਾਸ਼ਾਚਾਰੀ। ਐਸੀ ਤਰ੍ਹਾਂ ਇਸ ਤਰ੍ਹਾਂ ਦੀ ਸ਼ਕਤੀ ਆ ਜਾਵੇ, ਕਲਾ ਆ ਜਾਵੇ ਕਿ ਧਰਤੀ ਤੇ ਆਕਾਸ਼ਾਂ